ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ। ਅੰਧਕਾਰ ਸੁਖ ਕਬਹਿ ਨਾ ਸੋਈ ਹੈ, ਰਾਜਾ ਰੰਕ ਦੋ ਮੇਲ ਰੋਈ ਹੈ। ਜੋ ਪੈ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਰਹਾਉ ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਨ ਗਏ ਕਹੋ ਕਾ ਕੀ ਮਾਇਆ। ਜਸ ਜੰਤੀ ਮਹਿ ਜਿਉ ਸਮਾਨਾ, ਮੂਏ ਮਰਮੋ ਕੋ ਕਾ ਕਰ ਜਾਨਾ। ਹੰਸਾਂ ਸਰਵਰ ਕਾਲ ਸਰੀਰ, ਰਾਮ ਰਸਾਇਨ ਪੀਓ ਰੇ ਕਬੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਬੜੇ ਸਤਿਕਾਰ ਪਿਆਰ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਆਪ ਜੀ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਆਪਾਂ ਯਤਨ ਕਰ ਰਹੇ ਹਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਵਿਚਾਰ ਸਾਂਝੀ ਕਰਨ ਦਾ। ਇਸੇ ਲੜੀ ਤਹਿਤ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 325 ਉੱਤੇ ਰਾਗ ਗੌੜੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਜਿਵੇਂ ਹਨੇਰਾ ਹੋਵੇ ਤੇ ਮਨੁੱਖ ਨੂੰ ਠੇਡਾ ਲੱਗਣ ਦਾ ਡਰ ਰਹਿੰਦਾ ਹੈ, ਕੁਰਾਹੇ ਪੈਣ ਦਾ ਖਤਰਾ ਰਹਿੰਦਾ ਹੈ, ਕਿਉਂਕਿ ਹਨੇਰੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਬੇਪਛਾਣ ਹੋ ਜਾਂਦੀ ਹੈ। ਆਪਣਾ ਮਿੱਤਰ ਵੀ ਸਾਹਮਣੇ ਆ ਰਿਹਾ ਹੋਵੇ ਤੇ ਉਸਦੀ ਪਛਾਣ ਨਹੀਂ ਆਉਂਦੀ। ਘਰ ਦਾ ਪਰਿਵਾਰ ਦਾ ਜੀਅ ਵੀ ਕੋਲ ਖੜਾ ਹੋਵੇ ਤੇ ਕਈ ਵਾਰ ਪਹਿਚਾਣਿਆ ਨਹੀਂ ਜਾਂਦਾ। ਰਾਹੋਂ ਕੁਰਾਹ ਹੋਣ ਦਾ ਖਤਰਾ ਪਿਆ ਰਹਿੰਦਾ ਹੈ। ਹਨੇਰੇ ਦੇ ਵਿੱਚ ਇਸ ਭਟਕਣਾ ਦੀ ਸੰਭਾਵਨਾ ਬਣੀ ਰਹਿੰਦੀ ਹੈ। ਚਾਨਣ ਦੀ ਖਾਸੀਅਤ ਇਹ ਹੈ ਕਿ ਕਿਸੇ ਚੀਜ਼ ਨੂੰ ਬੇਪਛਾਣ ਨਹੀਂ ਰਹਿਣ ਦਿੰਦਾ, ਉਹਦਾ ਰੂਪ ਉਘਾੜ ਕੇ ਸਾਰਿਆਂ ਦੇ ਸਾਹਮਣੇ ਲੈ ਆਉਂਦਾ ਹੈ। ਜੋ ਜਿਸ ਚੀਜ਼ ਦਾ ਰੰਗ ਹੈ, ਰੂਪ ਹੈ, ਆਕਾਰ ਹੈ, ਚਾਨਣ ਉਹ ਸਾਰਿਆਂ ਦੇ ਉੱਤੇ ਜਦੋਂ ਉਹਦਾ ਪ੍ਰਕਾਸ਼ ਪੈਂਦਾ ਹੈ, ਪ੍ਰਤੀਬਿੰਬ ਪੈਂਦਾ ਹੈ, ਤਾਂ ਵੇਖਣ ਵਾਲੇ ਨੂੰ ਉਹਦੀ ਸੋਝੀ ਹੋ ਜਾਂਦੀ ਹੈ, ਸਮਝ ਆ ਜਾਂਦੀ ਹੈ। ਹਨੇਰੇ ਦੇ ਵਿੱਚ ਭਰਮ ਜਾਂ ਭੁਲੇਖਾ ਪੈਣ ਦਾ ਬਹੁਤ ਵੱਡਾ ਖਤਰਾ ਬਣਿਆ ਰਹਿੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਅਗਿਆਨਤਾ ਨੂੰ ਹਨੇਰਾ ਕਿਹਾ ਤੇ ਗਿਆਨ ਸੋਝੀ ਨੂੰ ਪ੍ਰਕਾਸ਼ ਕਿਹਾ। ਸਾਡੀ ਜ਼ਿੰਦਗੀ ਵਿੱਚ
ਸੱਚ ਅਤੇ ਝੂਠ ਦੀ ਜੇ ਸਾਨੂੰ ਪਹਿਚਾਣ ਨਹੀਂ ਆਉਂਦੀ ਤਾਂ ਉਸ ਦਾ ਕਾਰਨ ਗੁਰਬਾਣੀ ਨੇ ਅਗਿਆਨਤਾ ਦੇ ਹਨੇਰੇ ਕਾਰਨ ਭਰਮ ਵਾਲੀ ਅਵਸਥਾ ਬਿਆਨ ਕੀਤਾ ਹੈ। ਸਾਨੂੰ ਜੇ ਪਾਪ ਔਰ ਪੁੰਨ ਵਿਚਲਾ ਭੇਦ ਸਮਝ ਨਹੀਂ ਆਉਂਦਾ ਜਾਂ ਇਹਨਾਂ ਦੀ ਪਹਿਚਾਣ ਨਹੀਂ ਆਉਂਦੀ ਤਾਂ ਉਸ ਦਾ ਕਾਰਨ ਹੈ ਭਰਮ, ਜੋ ਅਗਿਆਨਤਾ ਕਾਰਨ ਪੈਦਾ ਹੋਇਆ। ਜਦੋਂ ਜੀਵ ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਆਪਣੇ ਆਪ ਨੂੰ ਸਵੈ ਚਿੰਤਨ ਵਿੱਚ ਪਾ ਲੈਂਦਾ ਹੈ, ਕਿਉਂਕਿ ਸ਼ਬਦ ਦੀ ਕਮਾਈ ਦਾ ਅਰਥ ਹੈ ਸਵੈ ਚਿੰਤਨ ਕਰਨਾ, ਨਿਜ ਨੂੰ ਪਹਿਚਾਨਣਾ, ਆਪੇ ਨੂੰ ਖੋਜਣਾ। ਜਿਉਂ-ਜਿਉਂ ਸਤਿਗੁਰੂ ਦੇ ਸ਼ਬਦ ਦਾ ਗੁਰ ਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਿਆਰਾ। ਉਹ ਕਿਹੜਾ ਹਨੇਰਾ ਹੈ ਜਿਹੜਾ ਗੁਰੂ ਉਪਦੇਸ਼ ਨਾਲ ਮਿਟਦਾ ਹੈ? ਅਗਿਆਨਤਾ ਦਾ ਅੰਧਕਾਰ, ਜਿਸ ਵਿੱਚ ਅਸੀਂ ਮਾਨਸਿਕ ਔਰ ਆਤਮਿਕ ਤੌਰ ਦੇ ਉੱਤੇ ਜਿਉਂਦੇ ਹਾਂ। ਸ਼ਬਦ ਦੇ ਅਭਿਆਸ ਜਾਂ ਸ਼ਬਦ ਦੀ ਕਮਾਈ ਜਾਂ ਸ਼ਬਦ ਦੀ ਕਰਨੀ ਜਾਂ ਗੁਰੂ ਦੇ ਰਾਹ ਦੇ ਉੱਤੇ ਚੱਲਣ ਦਾ ਅਰਥ ਹੀ ਇਹ ਹੈ ਕਿ ਆਪਣੇ ਆਪ ਨੂੰ ਹਨੇਰੇ ਤੋਂ ਮੁਕਤ ਕਰਨ ਦੇ ਆਹਰ ਵਿੱਚ ਲੱਗਣਾ, ਯਤਨ ਵਿੱਚ ਲੱਗਣਾ, ਕੋਸ਼ਿਸ਼ ਵਿੱਚ ਲੱਗਣਾ। ਪਰ ਇਹ ਬੜਾ ਵੱਡਾ ਸਟਰਗਲ ਹੈ, ਇਹ ਬੜੀ ਵੱਡੀ ਘਾਲਣਾ ਤੇ ਮਸ਼ੱਕਤ ਹੈ, ਕਿਉਂਕਿ ਸਾਡੀ ਜਿਹੜੀ ਆਦਤ ਹੈ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਉਹ ਹੈ ਹਨੇਰੇ ਵਿੱਚ ਰਹਿਣ ਦਾ ਸੁਭਾਅ ਬਣਾ ਲੈਣਾ। ਜਿਵੇਂ ਨਾ ਉਹ ਲਿਖਦੇ ਹਨ, ਕਹਿੰਦੇ ਹਨ, ਕਿਸੇ ਮਨੁੱਖ ਨੂੰ ਕਈ ਸਾਲ ਦੀ ਕਾਲ ਕੋਠੜੀ ਦੇ ਵਿੱਚ ਬੰਦ ਕਰਨ ਦੀ ਸਜ਼ਾ ਦਿੱਤੀ ਗਈ। ਉਸ ਨੂੰ ਕੇਵਲ ਆਪਣਾ ਆਪ ਹੀ ਮਾੜਾ ਮਾੜਾ ਨਜ਼ਰ ਆਉਂਦਾ ਸੀ, ਕਮਰੇ ਦੇ ਵਿੱਚ ਹਨੇਰਾ ਹੀ ਸੀ। ਨਾ ਉਹਨੇ ਕਦੇ ਦਿਨ ਚੜ੍ਹਦਾ ਵੇਖਿਆ ਸੀ, ਨਾ ਉਹਨੇ ਸੂਰਜ ਵੇਖਿਆ ਸੀ, ਨਾ ਉਹਨੂੰ ਇਹ ਪਤਾ ਲੱਗਦਾ ਸੀ ਵੀ ਰਾਤ ਕਦੋਂ ਪਈ, ਸਵੇਰ ਕਦੋਂ ਹੋਈ। ਜਿਸ ਦਿਨ ਉਸ ਦੀ ਰਿਹਾਈ ਹੋਣੀ ਸੀ ਨਾ, ਉਹਨੂੰ ਕੈਦ ਤੋਂ ਮੁਕਤ ਕੀਤਾ ਜਾਣਾ ਸੀ, ਸਾਰੇ ਪਰਿਵਾਰ ਦੇ ਜੀ ਫੁੱਲਾਂ ਦੇ ਹਾਰ ਲੈ ਕੇ ਢੋਲ ਢਮੱਕਾ ਵਜਾਉਂਦੇ ਹੋਏ ਵੀ ਅੱਜ ਸਾਡਾ ਬੰਦਾ ਰਿਹਾ ਹੋ ਰਿਹਾ ਤੇ ਬੜੀ ਖੁਸ਼ੀ ਦੀ ਗੱਲ ਹੈ, ਉਹਦੀ ਸਜ਼ਾ ਖਤਮ ਹੋ ਗਈ ਹੈ। ਉਹਨੂੰ ਲੈ ਕੇ ਆਏ, ਲੈਣ ਵਾਸਤੇ ਜਿਸ ਵੇਲੇ ਆਏ ਤਾਂ ਉਸ ਬੰਦੇ ਨੂੰ ਜਦੋਂ ਬਾਹਰ ਕੱਢਿਆ ਤੇ ਉੱਚੀ ਉੱਚੀ ਚੀਕਾਂ ਮਾਰਨ ਲੱਗਿਆ। ਅੱਖਾਂ ਦੇ ਉੱਤੇ ਉਹਨੇ ਘੁੱਟ ਕੇ ਹੱਥ ਰੱਖੇ ਹੋਏ ਸਨ। ਉਸ ਦੇ ਅੰਦਰੋਂ ਨੂੰ ਬਾਹਰ ਲਿਆਉਣ ਵਾਲੇ ਜਿਹੜੇ ਗਾਰਡ ਸਨ, ਉਹਨਾਂ ਨੇ ਕਿਹਾ ਵੀ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ, ਅੱਜ ਤਾਂ ਤੇਰੀ ਰਿਹਾਈ ਦਾ ਦਿਨ ਹੈ, ਤੇਰੀ ਸਜ਼ਾ ਖਤਮ ਹੋ ਗਈ ਹੈ, ਹੁਣ ਤੂੰ ਆਜ਼ਾਦ ਫਿਜ਼ਾ ਵਿੱਚ ਘੁੰਮ ਸਕਦਾ ਹੈ, ਹੁਣ ਤੇਰੇ ਤੇ ਕੋਈ ਬੰਦਿਸ਼ ਨਹੀਂ ਹੋਏਗੀ, ਤੂੰ ਆਮ ਸ਼ਹਿਰੀਆਂ ਵਾਂਗ ਰਹਿ ਸਕਦਾ ਹੈ, ਜਿੱਥੇ ਮਰਜ਼ੀ ਜਾ, ਜਿਸ ਤਰ੍ਹਾਂ ਮਰਜ਼ੀ ਜੀ, ਤੇਰਾ ਪਰਿਵਾਰ ਤੈਨੂੰ ਲੈਣ ਆਇਆ, ਤੇਰੇ ਮਿੱਤਰ ਦੋਸਤ ਬੜੇ ਖੁਸ਼ ਨੇ ਤੇ ਤੂੰ ਰੋ ਰਿਹਾ। ਅੱਖਾਂ ਖੋਲ, ਉਹ ਤੈਨੂੰ ਵੇਖਣ ਆਏ ਨੇ, ਤੈਨੂੰ ਲੈਣ ਆਏ ਨੇ, ਤੈਨੂੰ ਵੀ ਤੇ ਪਤਾ ਲੱਗੇ ਕੌਣ ਕੌਣ ਮੈਨੂੰ ਲੈਣ ਆਇਆ। ਉਹ ਕਹਿਣ ਲੱਗਿਆ, ਮੈਨੂੰ ਆ ਜਿਹੜਾ ਚਾਨਣ ਹੈ ਬਹੁਤ ਤੰਗ ਕਰਦਾ ਹੈ, ਇਵੇਂ ਜਿਵੇਂ ਮੇਰਾ ਸਿਰ ਫਟ ਜਾਏਗਾ, ਇਹਦੇ ਟੁਕੜੇ ਟੁਕੜੇ ਹੋ ਜਾਣਗੇ, ਇਹ ਚਾਨਣ ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ, ਮੈਨੂੰ ਕਿਸੇ ਡਾਕਟਰ ਨੂੰ ਵਿਖਾਓ। ਕਾਰਨ ਕੀ? ਹਨੇਰੇ ਵਿੱਚ ਉਹਨੇ ਇੰਨਾ ਸਮਾਂ ਬਤੀਤ ਕੀਤਾ ਸੀ ਵੀ ਉਹਦੇ ਦਿਮਾਗ ਦੇ ਤੰਤੂ ਜਿਹੜੇ ਸਨ ਉਹਨਾਂ ਨੂੰ ਆਦਤ ਬਣ ਗਈ, ਦਿਮਾਗ ਯਾਨੀ ਕਿ ਐਡਜਸਟਮੈਂਟ ਹੋ ਗਈ ਹਨੇਰੇ ਦੇ ਵਿੱਚ, ਇਉਂ ਕਹਿ ਲਓ। ਹੁਣ ਚਾਨਣ ਨੂੰ ਬਰਦਾਸ਼ਤ ਕਰਨਾ ਉਹਦੇ ਲਈ ਬੜਾ ਕਠਿਨ, ਬੜਾ ਔਖਾ ਹੈ। ਮਨੁੱਖ ਦੀ ਮਾਨਸਿਕ ਔਰ ਆਤਮਿਕ ਸਥਿਤੀ ਵੀ ਕੁਝ ਇਸ ਤਰ੍ਹਾਂ ਦੀ, ਜਿੰਨਾ ਅਸੀਂ ਹਨੇਰਾ ਢੋਇਆ ਹੈ, ਉਸ ਹਨੇਰੇ ਦੇ ਵਿੱਚੋਂ ਜਦੋਂ ਕੋਈ ਸਾਡੇ ਸਾਹਮਣੇ ਦੀਵਾ ਬਾਲਣ ਦੀ ਕੋਸ਼ਿਸ਼ ਕਰੇਗਾ, ਪ੍ਰਕਾਸ਼ ਕਰਨ ਦੀ ਕੋਸ਼ਿਸ਼ ਕਰੇਗਾ, ਹੋ ਸਕਦਾ ਹੈ ਸਾਡਾ ਅੰਤਰ-ਆਤਮਾ ਵੀ ਚੀਕਾਂ ਮਾਰ ਉੱਠੇ ਔਰ ਆਖੇ ਵੀ ਇਹ ਚਾਨਣ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਮੈਂ ਤਾਂ ਸਦੀਆਂ ਦਾ ਚਾਨਣ ਢੋ ਰਿਹਾ, ਇਹ ਕੌਣ ਹੈ ਜਿਹੜਾ ਮੈਨੂੰ ਤਕਲੀਫ ਦੇਣ ਆਇਆ। ਮੈਂ ਕਈ ਵਾਰ ਸੋਚਦਾ ਹਾਂ, ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਜਿਹਨੇ ਭੂਤਨਾ ਕਿਹਾ, ਬਿਤਾਲਾ ਕਿਹਾ, ਕੁਰਾਈਆ ਕਿਹਾ, ਕੀ ਸੋਚ ਕੇ ਕਿਹਾ ਹੋਏਗਾ ਭਲਾ? ਉਹਨੂੰ ਕੀ ਗੁੱਸਾ ਹੈ? ਇਹ ਕਹਿਣ ਵਾਲੇ ਨੂੰ ਕੀ ਖਿਝ ਆਈ? ਉਹਨੂੰ ਕੀ ਨਜ਼ਰ ਆਇਆ ਵੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਐਸੇ ਕਬੂਲ ਬੋਲ ਉੱਠਿਆ, ਉਹਨਾਂ ਦੀ ਸ਼ਾਨ ਦੇ ਵਿਰੁੱਧ ਬੇਅਦਬੀ ਭਰੇ ਬੋਲ,
वो कौन होएगा जिसने भगत कबीर जी नूं बौरा कहा? साडे कोल उहदा कोई नां ते नहीं, पता ते नहीं वो कौन है, पर किसे कहा। कबीर जी ने लिखा, लोग कहें कबीर बौरा, लोग आखते न कबीर झल्ला है, पर कबीर का मरम राम पहचान। पर प्रश्न यह है भी ये कहने वाले बंदे कौन सन, उन्होंने गुस्सा की है कबीर जी के उत्ते, खिज की है, नाराजगी की है, क्रोध क्यों है? इसका कारण होर कोई नहीं है। कबीर साहब जी द्वारा बख्शिया होया उपदेश ज्ञान जिसनों चंगा नहीं लग्या, जिसनों चंगा नहीं लग्या, ਉਹਦਾ मन ਭਾਉਂਦਾ नहीं सी, ਉਹਨੂੰ तकलीफ होंदी है, बेचैनी होंदी है। ਜਦੋਂ ਆਪਾਂ ਆਪਣੇ ਸੁਭਾਅ ਤੋਂ ਕੋਈ ਉਲਟ ਗੱਲ ਸੁਣੀਏ ਤੇ ਸਾਨੂੰ ਬੇਚੈਨੀ ਹੁੰਦੀ ਹੈ ਨਾ, ਇਹ ਬੰਦਾ ਇਹ ਗੱਲ ਕਿਉਂ ਕਰਦਾ, ਇਹ ਗੱਲ ਇਹ ਕੰਮ ਇਹਨੇ ਕਿਉਂ ਕੀਤਾ, ਆਹ ਕਿਉਂ? ਕਿਉਂਕਿ ਸਾਡੇ ਵਿਚਾਰ ਤੋਂ ਜਾਂ ਸਾਡੇ ਸੁਭਾਅ ਤੋਂ ਕੁਝ ਵੀ ਉਲਟ ਬਾਹਰ ਵਾਪਰੇਗਾ ਨਾ, ਤਾਂ ਉਹ ਸਾਨੂੰ ਬੇਚੈਨ ਕਰੇਗਾ, ਪਰੇਸ਼ਾਨ ਕਰੇਗਾ, ਸਾਡੇ ਅੰਦਰ ਇੱਕ ਹਲਚਲ ਤੇ ਡਿਸਟਰਬੈਂਸ ਪੈਦਾ ਕਰੇਗਾ। ਤੇ ਜਿੱਥੇ ਗੱਲ ਹੀ ਅਗਿਆਨਤਾ ਦੀ ਹੋਵੇ, ਉੱਥੇ ਮਨੁੱਖ ਚਾਨਣ ਕਰਨ ਵਾਲੇ ਨੂੰ ਵੀ ਦੋਸ਼ੀ ਮੰਨ ਲੈਂਦਾ ਹੈ, ਔਰ ਉਹਨੂੰ ਵੀ ਕਹਿੰਦਾ ਇਹ ਮੈਂ ਕੁਰਾਈਆ ਨਹੀਂ, ਇਹ ਕੁਰਾਈਆ ਹੈ। ਚਾਨਣ ਕਰਨ ਵਾਲੇ ਨੂੰ ਕੁਰਾਈਆ ਕਹਿ ਲੈਂਦਾ, ਭੂਤਨਾ ਕਹਿ ਲੈਂਦਾ, ਬੌਰਾ ਕਹਿ ਲੈਂਦਾ, ਬੇਤਾਲਾ ਕਹਿ ਲੈਂਦਾ, ਉਹਨਾਂ ਨੂੰ ਤਾਂ ਤਤੀਆਂ ਤਵੀਆਂ ਤੇ ਵੀ ਬਿਠਾ ਲੈਂਦਾ ਹੈ। ਕੇਵਲ ਕਹਿਣ ਤੱਕ ਸੀਮਤ ਨਹੀਂ ਰਹਿੰਦਾ, ਤਤੀਆਂ ਤਵੀਆਂ ਤੇ ਵੀ ਬਿਠਾ ਲੈਂਦਾ ਹੈ। ਜੇ ਤਾਕਤ ਹੋਵੇ ਕੋਲ ਤਾਂ ਤੇ ਬਿਠਾਉਂਦੇ ਨੇ, ਅਗਲੇ ਸੂਲੀ ਤੇ ਚਾੜ ਦਿੰਦੇ ਨੇ। तो उत्थे कोई वैर विरोध इस तरह का नहीं, उत्थे वैर विरोध है भी एक चानण प्रकाश वंड रहा है, तो जिन्होंने हनेरे विच रहण दी आदत वो कहते नहीं, ये सही नहीं है, बंदा साडे नाल अन्याय हो रहा है। देखो असी सदियां तो हनेरे च रह रहे हैं, ये सानू चानण करके विखा रहा, तो साडा दिमाग फटदा है, साडा सिर दुखदा है, साडे तो ये झल्लिया नहीं जाता, बर्दाश्त नहीं होंदा, तो वह बेचैनी दे विच ही ये सारा कुछ करते। भूतना कहण, बेताला कहण, कुराइया कहण, विरोधी बन, जंगां करन, लड़ाइयां लड़न, तबाही करन, वो सारा कुछ इस विचों, इस बेचैनी विचों निकलदा। इस नूं दूर करन दा की हल है? भगत कबीर जी महाराज कहते हैं बहुत उगा मार्ग है, पर थोड़ा जिहा लमेरा प्रोसैस है, सिदक वाला काम है। वो किवें? हुण वेखो ना, हनेरा तो जदों रात पैनी हनेरा हो ही जाना, पर किसी ने काढ़ कड्डी भी आपां मिट्टी का एक छोटा जिहा खोल जिहा जिन्हों आपां दीवा कहने, दीवा बनाओ। उन्होंने कितना दिमाग लड़ाउणा पिया। पहली बार जिस बंदे ने चानण कीता, उन्हें आख्या भी परमानेंटली जे सारी रात चानण रखना होवे ते की का हल है? उन्हें मिट्टी का पहलों दीवा बनाया, खौरे कितना बेढंगा बनाया होएगा पहली बार उन्हें। अजकल तो दीवे भी इन्ने बड़े कीमती वधिया सोहणे बाजार विचों मिल जाते, महंगे तो महंगे। उन्हें मिट्टी नूं गुन्निया, दीवा बनाया, उदों फिर उन्हें वेख्या भी इनूं जगाउणा चाहीदा, इहदे विच किहड़ी चीज़ बल सकदी है। तेल पाया, बत्ती बनाई, अग छुआई, वो कितना समा कढ गई। तकनीक जिन्हों आपां कहने जुगत, उन्हें जुगत वरतों विच लिआंदी भी हनेरे तो जुगत नाल ही बचिया जा सकता है। हनेरे नूं तलवार नाल वढिया नहीं जा सकता, डांग नाल मारिया नहीं जा सकता, इनू पत्थर मार के जख्मी नहीं किया जा सकता, इनू पैरों थले नोचिया नहीं जा सकता, दबाया नहीं जा, इनू हनेरे नाल कौन लड़ लेगा बंदा? किते सही लै। हनेरे तो बचण दा केवल इको ही उपाव है, वो है जुगत, तकनीक। भी तुसी अपने लई अपना राह साफ वेखण लई चानण दा सहारा ले लो। जिथे चानण होया उत्थे हनेरे ने असर नहीं करना, जिथे चानण नहीं होएगा हनेरा उत्थे ही असर करे। तो गुरु का शब्द की है? अज्ञानता का हनेरा तो है ना, तुसी अज्ञानता नूं पत्थर मार सकते हो, ना अज्ञानता नूं तलवार नाल मार सकते, ना इनू सूली टंग सकते हो, ना इनू जेल च घल। अज्ञानता नाल कौन लड़ सकता? अज्ञानता तो बचन की केवल जुगत ही है। ते सतगुरु महाराज का गुर का शब्द उजारो, सतगुर शब्द उजारो दीपा।
ਬਿਨ ਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਮਹਾਰਾਜ ਦੇ ਸ਼ਬਦ ਉਪਦੇਸ਼ ਬਾਣੀ ਸਿਧਾਂਤ ਵਿਚਾਰ ਸਤਿਗੁਰੂ ਦੀ ਦਿੱਤੀ ਰਹਿਨੁਮਾਈ ਨੂੰ ਕਬੂਲ ਕਰਕੇ ਜੀਵ ਸਮਝੋ ਵੀ ਇੱਕ ਦੀਵਾ ਆਪਣੀ ਹਥੇਲੀ ਤੇ ਰੱਖ ਕੇ ਤੁਰ ਸਕਦਾ ਹੈ ਵੀ ਮੈਂ ਘੱਟੋ ਘੱਟ ਇਸ ਹਨੇਰੇ ਵਿੱਚ ਠੋਕਰਾਂ ਟੱਕਰਾਂ ਖਾਣ ਤੋਂ ਬਚ ਸਕਦਾ। ਇਹ ਜੁਗਤ ਹੈ ਮੇਰੇ ਕੋਲ, ਤਕਨੀਕ। ਗੁਰੂ ਦਾ ਮਾਰਗ ਕੀ ਹੈ? ਤਕਨੀਕ, ਜੁਗਤ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਇਹ ਜੁਗਤ ਨੂੰ ਅਪਣਾ ਕੇ ਹੀ ਜੀਵਨ ਦੇ ਵਿੱਚ ਮਨੁੱਖ ਆਪਣੇ ਜੀਵਨ ਨੂੰ ਠੋਕਰਾਂ ਤੋਂ ਬਚਾਉਣ ਦਾ ਉਪਰਾਲਾ ਕਰ ਸਕਦਾ, ਯਤਨ ਕਰ ਸਕਦਾ। ਤੋ ਇਹ ਤਕਨੀਕ ਨੂੰ ਸਭ ਤੋਂ ਪਹਿਲਾਂ ਤਾਂ ਵਰਤਣਾ ਪਏਗਾ ਤੇ ਇਹਨੂੰ ਵਰਤਣ ਵਾਸਤੇ ਮਨ ਰਾਜੀ ਹੋਣਾ ਚਾਹੀਦਾ ਨਾ ਵੀ ਮੈਂ ਹਨੇਰੇ ਤੋਂ ਬਚਣਾ ਚਾਹੁੰਦਾ। ਜੇ ਤਾਂ ਮਨ ਰਾਜੀ ਵੀ ਮੈਂ ਬਚਣਾ ਚਾਹੁੰਦਾ, ਤਹਈਆ ਕਰ ਲਿਆ, ਫਿਰ ਤਾਂ ਪ੍ਰਕਾਸ਼ ਚੰਗਾ ਲੱਗੇਗਾ। ਤੇ ਜੇ ਬੰਦਾ ਸੋਚਦਾ ਹੈ ਕੌਣ ਕਰੇ ਨਾ ਕੰਮ, ਕੌਣ ਦੀਵਾ ਚੁੱਕੀ ਫਿਰੇ, ਮੈਂ ਕਿਤੇ ਅੱਜ ਦਾ ਠੋਕਰਾਂ ਖਾ ਰਿਹਾ, 40 ਸਾਲ ਖਾਧੀਆਂ ਨੇ, 20 ਸਾਲ ਹੋਰ ਖਾ ਲਵਾਂਗੇ, ਜ਼ਿੰਦਗੀ ਲੰਘ ਜਾਣੀ ਹੈ, ਬਸ ਠੀਕ ਹੈ। ਮੈਂ ਕਿਹੜਾ ਕੋਈ ਨਵਾਂ ਡਿੱਗਣਾ, ਰੋਜ਼ ਹੀ ਡਿੱਗਦਾ। ਉਹ ਜਿਹੜੀ ਆਦਤ ਬਣ ਗਈ ਹੈ ਨਾ ਉੱਠ ਕੇ ਡਿੱਗਣ ਦੀ ਬਾਰ-ਬਾਰ ਠੋਕਰਾਂ ਖਾਣ ਦੀ, ਟੱਕਰਾਂ ਖਾਣ ਦੀ, ਭਟਕਣਾ ਵਿੱਚ ਪੈਣ ਦੀ, ਜੇ ਤਾਂ ਬੰਦਾ ਉਹਦੇ ਨਾਲ ਸਨੇਹ ਕਰਕੇ ਬਹਿ ਗਿਆ, ਜੇ ਤਾਂ ਉਹਦੇ ਤੋਂ ਬਚਣ ਵਾਸਤੇ ਉਹਦੇ ਅੰਦਰ ਕੋਈ ਇੱਛਾ ਨਹੀਂ ਜਾਗਦੀ, ਫਿਰ ਭਾਵੇਂ ਕੋਈ ਹਜ਼ਾਰਾਂ ਦੀਵੇ ਜਗਾ ਕੇ ਰੱਖ ਦੇਵੇ, ਕੋਈ ਅਸਰ ਨਹੀਂ ਹੋਣਾ, ਕੋਈ ਫਰਕ ਨਹੀਂ ਪੈਣਾ। ਕਰਦੀ ਹੈ ਦੁਨੀਆ। ਅਸੀਂ ਕਿੰਨਾ ਕੁਝ ਕਰ ਲੈਂਦੇ, ਕਿੰਨੇ ਕੰਮ ਕਰ ਲੈਂਦੇ ਦੁਨੀਆ ਦੇ, ਪਰ ਜੇ ਅੱਖ ਹੀ ਨਹੀਂ ਖੋਲਣੀ, ਮੰਨ ਲਓ ਕਿਸੇ ਨੇ ਦੀਵਾ ਜੇ ਜਗਾ ਵੀ ਦਿੱਤਾ, ਜੇ ਅਗਲਾ ਅੱਖ ਹੀ ਨਹੀਂ ਖੋਲੇਗਾ ਤਾਂ ਉਹਨੂੰ ਤੁਸੀਂ ਕਿਵੇਂ ਰਾਹ ਵਿਖਾ ਲਓਗੇ? ਹਾਥ ਦੀਪ ਕੂਏ ਪਰੈ। ਤਲੀ ਦੇ ਉੱਤੇ ਦੀਵਾ ਰੱਖਿਆ ਤੇ ਬੰਦੇ ਨੇ ਅੱਖਾਂ ਬੰਦ ਕਰ ਲਈਆਂ ਤੇ ਖੂਹ 'ਚ ਡਿੱਗ ਪਿਆ, ਤੇ ਬਾਅਦ 'ਚ ਦੋਸ਼ ਕੱਢਦਾ, ਵੇਖੋ ਜੀ ਦੀਵੇ ਨੇ ਵੀ ਮੇਰਾ ਕੁਝ ਨਹੀਂ ਸਵਾਰਿਆ। ਦੁਨੀਆ ਕੀ ਕਰਦੀ ਹੈ? ਸੈਂਕੜੇ ਧਰਮ ਪੋਥੀਆਂ ਐਵੇਂ ਰੱਖ ਕੇ ਪੜ੍ਹੀ ਜਾਂਦੀ ਹੈ ਦੁਨੀਆ। ਠੀਕ ਹੈ, ਚਲੋ ਉਹਨਾਂ ਦਾ ਆਪਣਾ ਖਿਆਲ ਹੈ, ਪਰ ਸਵਾਲ ਇਹ ਹੈ ਕਿ ਜੇ ਆਖੀ ਨਹੀਂ ਖੋਲਣੀ ਤੇ ਹਜ਼ਾਰ ਦੀਵਾ ਵੀ ਤੁਹਾਨੂੰ ਕਿਵੇਂ ਰਾਹ ਵਿਖਾ ਲਏਗਾ? ਤੇ ਜੇ ਅੱਖ ਖੋਲਣੀ ਹੈ ਤੇ ਦੀਵਾ ਇੱਕ ਹੀ ਬਥੇਰਾ, ਤੇ ਜੇ ਅੱਖ ਨਹੀਂ ਖੋਲਣੀ ਤਾਂ ਭਾਵੇਂ ਹਜ਼ਾਰ ਦੀਵਾ ਜਗਾ ਲਓ। ਅੰਧੇ ਚਾਨਣ ਰੱਖੀਐ ਦੀਵੇ ਬਲੈ 50। ਕਹਿੰਦੇ ਨੇ ਅੰਨੇ ਦੇ ਸਾਹਮਣੇ 1000 ਦੀਵਾ ਬਾਲ ਦਿਓ, 50 ਦੀਵੇ ਬਾਲ ਦਿਓ, ਕੀ ਫਰਕ ਪੈਂਦਾ? ਉਦੋਂ ਭਾਰੀ ਤੇ ਸੂਰਜ ਚੜ੍ਹਦਾ, 50 ਦੀਵਿਆਂ ਤੋਂ ਵੱਧ ਚਾਨਣ, ਕਿਤੇ ਉਹਦਾ ਵਧੇਰੇ ਚਾਨਣ ਹੈ, 50 ਦੀਵੇ ਉਹਦੇ ਸੂਰਜ ਸਾਹਮਣੇ ਕੀ ਨੇ, ਪਰ ਉਹਨੂੰ ਫਰਕ ਪੈਂਦਾ ਕੋਈ? ਇਸੇ ਤਰ੍ਹਾਂ ਜੇ ਮਨੁੱਖ ਆਪਣੀ ਅਗਿਆਨਤਾ ਨਾਲ ਹਿੱਤ ਤਿਆਗੇ, ਪ੍ਰੇਮ ਕਰਨਾ ਛੱਡੇ, ਉਸ ਅਵਸਥਾ ਚੋਂ ਬਾਹਰ ਆਉਣ ਦੀ ਜਿਗਿਆਸਾ ਰੱਖੇ ਤੇ ਕੁਝ ਬਣ ਸਕਦਾ ਹੈ। ਤੋ ਇਹ ਸਾਰੇ ਦਾ ਸਾਰਾ ਇੱਕ ਪ੍ਰੋਸੈਸ ਹੈ, ਇੱਕ ਸਫ਼ਰ ਹੈ, ਇੱਕ ਘਾਲਣਾ ਹੈ। ਤੇ ਕਬੀਰ ਜੀ ਮਹਾਰਾਜ ਨੇ ਸਾਨੂੰ ਇੱਕ ਤਕਨੀਕ ਦੱਸੀ ਆਪਣੇ ਗਿਆਨ ਦੇ ਮਾਰਗ ਵਿੱਚੋਂ। ਉਹਨਾਂ ਕਿਹਾ ਜੌਪ ਹੈ, ਜੌਪ ਹੈ ਮਤਲਬ ਜਿੰਨਾ ਚਿਰ ਰਸਨਾ ਰਾਮ ਨਾ ਕਹਿਬੋ, ਜਿੰਨਾ ਚਿਰ ਤੁਸੀਂ ਆਪਣੀ ਰਸਨਾ ਤੋਂ ਸਰਵ ਵਿਆਪਕ ਪਰਮੇਸ਼ਰ ਨੂੰ ਨਹੀਂ ਜਪਦੇ। ਆਪਾਂ ਕਈ ਵਾਰ ਕਹਿੰਦੇ ਨਾ ਇਹ ਗੱਲ ਕਿਤੇ ਸਹੁੰ ਚੁੱਕਣੀ, ਮੈਂ ਇੱਕ ਉਦਾਹਰਣ ਦੇਣਾ। ਮੰਨ ਲਓ ਜਿਨ੍ਹਾਂ ਨੇ ਇਸ ਦੇਸ਼ ਦੀ ਸਿਟੀਜ਼ਨ ਲੈਣੀ ਹੈ ਜਾਂ ਅਦਾਲਤ ਵਿੱਚ ਜਾਣਾ ਹੈ, ਕੋਈ ਵੀ ਐਸਾ ਕੰਮ ਜਿੱਥੇ ਤੁਹਾਡੀ ਓਥ, ਜਿਹਨੂੰ ਆਪਾਂ ਕਹਿੰਦੇ ਓਥ ਲੈਣੀ, ਸਰਕਾਰ ਬਣਦੀ ਹੈ ਤਾਂ ਉਹ ਵੀ ਲੈਂਦੀ ਹੈ, ਜ਼ਿੰਮੇਵਾਰ ਬੰਦੇ ਜਿਹੜੇ ਨੇ, ਉਹਨੂੰ ਕੀ ਕਿਹਾ ਜਾਂਦਾ? ਅੱਗੇ ਇੱਕ ਬੰਦਾ ਬੋਲਦਾ, ਉਹਨੂੰ ਕਹਿੰਦਾ ਵੀ ਆਹ ਬੋਲ ਵੀ ਮੈਂ ਆਪਣੇ ਅਹੁਦੇ ਦੀ ਆ ਸਹੁੰ ਚੁੱਕਦਾ, ਮੈਂ ਆਹ ਕੰਮ ਕਰਾਂਗਾ, ਆਹ ਕੰਮ ਨਹੀਂ ਕਰਾਂਗਾ। ਉਹਨੂੰ ਬੋਲਣਾ ਪੈਂਦਾ ਨਾ, ਜਾਂ ਉਹਦੇ ਲਈ ਇੱਕ ਪ੍ਰੋਸੈਸ ਪੂਰਾ ਕਰਨਾ ਪੈਂਦਾ। ਇਹਦਾ ਭਾਵ ਇਹ ਨਹੀਂ ਹੈ ਵੀ ਕੇਵਲ ਮੈਂ ਇੱਕ ਵਾਰ ਰਾਮ ਕਹਿ ਦਿਆਂ, ਰੱਬ ਕਹਿ ਦਿਆਂ, ਅੱਲਾ ਕਹਿ ਦਿਆਂ, ਵਾਹਿਗੁਰੂ ਕਹਿ ਦਿਆਂ, ਗੋਡ ਕਹਿ ਦਿਆਂ ਵੀ ਬਲ ਹੋ ਗਈ, ਕੰਮ ਸਿਰੇ ਚੜ ਗਿਆ। ਨਹੀਂ, ਰਸ ਜੌਪ ਹੈ, ਰਸ ਜਿੰਨਾ ਚਿਰ ਤੂੰ ਅਸੈਪਟ ਨਹੀਂ, ਬੋਲਣ ਦਾ ਮਤਲਬ, ਰਸਨਾ ਤੋਂ ਕਹਿਣ ਦਾ ਮਤਲਬ ਅਸੈਪਟ ਕਰ, ਕਬੂਲ ਕਰ, ਤੂੰ ਇਹਨੂੰ ਕਬੂਲ ਕਰ। ਕਿਹੜੀ ਗੱਲ ਨੂੰ? ਉਹ ਰਾਮ, ਰਾਮ ਦਾ ਮਤਲਬ ਵੀ ਉਹ ਸਭਨਾਂ ਵਿੱਚ ਵਸਿਆ ਹੋਇਆ। ਇਸ ਗੱਲ ਨੂੰ ਅਸੈਪਟ ਕਰ, ਕਬੂਲ ਕਰ। ਕਹਿਣ ਨੂੰ ਤਾਂ ਸਾਰੀ ਦੁਨੀਆ ਕਹਿੰਦੀ ਰੱਬ ਸਾਰੀਆਂ ਥਾਵਾਂ ਤੇ, ਫਿਰ ਵੀ ਜੇਬ ਕੱਟਣ ਲੱਗਿਆ ਵਹਿੰਦੀ ਹੈ।
ਧੋਖਾ ਕਰਨ ਲੱਗਿਆ ਵੇਂਦੀ ਉਹਨੂੰ ਚੇਤਾ ਰਹਿੰਦਾ ਵੀ ਰੱਬ ਹੈ, ਵੀ ਮੈਂ ਹੁਣੇ ਤਾਂ ਕਹਿ ਕੇ ਹਟਿਆ ਰੱਬ ਹੈ ਤੇ ਸਾਰਿਆਂ ਵਿੱਚ ਹੈ। ਪਰ ਬੰਦਾ ਕਹਿੰਦਾ ਹੈ ਸਾਰਿਆਂ 'ਚ, ਪਰ ਮੈਂ ਨਹੀਂ ਮੰਨਦਾ। ਕਹਿੰਦਾ ਹਾਂ ਮੈਂ ਸੁਣੀ ਸੁਣਾਈ ਗੱਲ, ਸੁਣ ਵੱਡਾ ਆਖੈ ਸਭ ਕੋਏ, ਸੁਣ ਸੁਣਾ ਕੇ ਹਰ ਕੋਈ ਕਹਿ ਰਿਹਾ ਹਾਂ ਜੀ ਹਾਂ ਹੈ। ਮੈਂ ਪੜ੍ਹਿਆ ਸੀ ਵੇਦ ਵਿੱਚ, ਮੈਂ ਪੜ੍ਹਿਆ ਸੀ ਸ਼ਾਸਤਰ ਵਿੱਚ, ਮੈਂ ਸੁਣਿਆ ਸੀ ਵੀ ਕਿਸੇ ਕੋਲੋਂ, ਮੈਨੂੰ ਫਲਾਂ ਸਾਧੂ ਨੇ ਵੀ ਦੱਸਿਆ ਸੀ, ਫਲਾਂ ਗ੍ਰੰਥ ਵਿੱਚ ਵੀ ਫਲਾਂ ਭਗਤ ਨੇ ਵੀ ਕਿਹਾ ਸੀ, ਪਰ ਮੈਂ ਯਕੀਨ ਨਹੀਂ ਕਰਦਾ। ਤੇ ਜਿਹਦੇ ਉੱਤੇ ਯਕੀਨ ਹੀ ਨਹੀਂ, ਉਹ ਇੰਪਲੀਮੈਂਟ ਕਿਵੇਂ ਹੋਏਗੀ, ਪ੍ਰਵਾਨ ਕਿਵੇਂ ਕਰਾਂਗੇ ਆਪਾਂ? ਮੰਨੀ ਉਹ ਜਾਣੀਏ ਜਿਹਦੇ ਵਿੱਚ ਯਕੀਨ ਦਾ ਅਰਥ ਇਕੱਲਾ ਇਹ ਨਹੀਂ ਹੁੰਦਾ ਵੀ ਮੈਂ ਸਿਰ ਝੁਕਾਉਣਾ। ਯਕੀਨ ਦਾ ਮਤਲਬ ਮੈਂ ਐਕਸੈਪਟ ਕਰਦਾ, ਕਬੂਲ ਕਰਦਾ। ਇਹਨੂੰ ਯਕੀਨ ਆਪਾਂ ਜਦੋਂ ਅਰਦਾਸ ਕਰਦੇ ਹਾਂ ਨਾ, ਉਹਦੇ ਵਿੱਚ ਆਪਾਂ ਮੰਗਦੇ ਹਾਂ ਭਰੋਸਾ ਦਾਨ। ਉਹਦੇ ਵਿੱਚ ਇੱਕ ਆਪਾਂ ਦਾਨ ਮੰਗਦੇ ਹਾਂ, ਭਰੋਸਾ ਦਾਨ। ਆਪਾਂ ਰੋਜ਼ ਰੋਜ਼ ਕਿਉਂ ਮੰਗਦੇ ਹਾਂ? ਕੋਈ ਵੀ ਸੰਗਤ ਚੋਂ ਕਹਿ ਦਿੰਦਾ ਮੈਨੂੰ ਤਾਂ 40 ਸਾਲ ਗੁਰਦੁਆਰੇ ਆਉਂਦਿਆਂ ਹੋ ਗਿਆ ਜੇ ਮੇਰਾ ਭਰੋਸਾ ਹੀ ਨਹੀਂ। ਇੱਕੋ ਗੱਲ ਹੀ ਸੁਣੀ ਜਾਵਾਂ ਰੋਜ਼ ਮੈਂ, ਭਰੋਸਾ ਦਾਨ। ਭਰੋਸਾ ਤੇ ਆਉਣਾ ਹੋ ਸਕਦਾ ਹੈ। ਇਹ ਬੜੀ ਮਾਨਸਿਕ ਗੁੰਝਲ ਹੈ, ਇਹਨੂੰ ਸਮਝਣ ਦੀ ਲੋੜ ਹੈ ਸਾਨੂੰ। ਹੋ ਸਕਦਾ ਮੈਨੂੰ 20 ਸਾਲ 25 ਸਾਲ ਹੋ ਗਏ ਨੇ, ਮੇਰਾ ਅਜੇ ਕਿਸੇ ਗੱਲ ਤੇ ਯਕੀਨ ਨਾ ਬਣਿਆ ਹੋਵੇ। ਯਕੀਨ ਬਣਨ ਦਾ ਅਰਥ ਹੈ ਵੀ ਮੈਨੂੰ ਅਕਸੈਪਟ ਕਰ ਲਿਆ, ਕਬੂਲ ਵੀ ਇਹੀ ਸੱਚ ਹੈ। ਬਾਹਰੀ ਪ੍ਰੋਟੋਕਾਲ ਮੁਤਾਬਕ ਰਿਸਪੈਕਟ ਕਰਨਾ ਹੋਰ ਗੱਲ ਹੈ, ਉਹਨੂੰ ਮਾਨਸਿਕ ਤੌਰ ਤੇ ਐਕਸੈਪਟ ਕਰਨਾ ਹੋਰ ਗੱਲ ਹੈ। ਉੱਥੇ ਤੁਹਾਨੂੰ ਮਨ ਨਾਲ ਲੜਨਾ ਪੈਂਦਾ। ਗਿਆਨ ਖੜਗ ਲੈ ਮਨ ਸਿਓ ਲੂਝੈ। ਤੋ ਇਸ ਵਾਸਤੇ ਉਹ ਜਿਹੜੀ ਐਕਸੈਪਟ ਕਰ ਲਈ ਗੱਲ, ਕਬੂਲ ਕਰ ਲਈ ਗੱਲ, ਉਹ ਇੰਪਲੀਮੈਂਟ ਹੋਏਗੀ ਜੀਵਨ ਵਿੱਚ। ਉਹ ਕਮਾਈ ਦਾ ਅੰਗ ਬਣੇਗੀ, ਵਿਹਾਰ ਦਾ ਅੰਗ ਬਣੇਗੀ, ਕਿਰਦਾਰ ਦਾ ਅੰਗ ਬਣੇਗੀ। ਤੋ ਭਗਤ ਜੀ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਨੂੰ ਰਸਨਾ ਤੋਂ ਕਹੋ, ਦਾ ਮਤਲਬ ਰੱਬ ਨੂੰ, ਸਰਵ ਵਿਆਪਕ ਪਰਮੇਸ਼ਰ ਨੂੰ ਅਸੈਪਟ ਕਰੋ ਵੀ ਉਹੀ ਸਰਵ ਵਿਆਪਕ, ਹਰ ਜਗ੍ਹਾ ਤੇ ਉਹੀ ਹੈ। ਏਕ ਤੂੰ ਹੀ, ਏਕ ਤੂੰ ਹੀ, ਤੇਰੇ ਬਿਨਾਂ ਹੋਰ ਕੋਈ ਨਹੀਂ ਹੈ, ਤੂੰ ਹੀ ਤੂੰ ਵਰਤ ਰਿਹਾ ਹੈ। ਫਿਰ ਕੀ ਫਰਮਾਉਂਦੇ ਹਨ? ਜੇ ਤੁਸੀਂ ਇਸ ਤਰ੍ਹਾਂ ਪ੍ਰਵਾਨ ਨਹੀਂ ਕਰੋਗੇ, ਰਸਨਾ ਤੋਂ ਸਰਵ ਵਿਆਪਕ ਪਰਮੇਸ਼ਰ ਨੂੰ ਨਹੀਂ ਜਪੋਗੇ, ਤਾਂ ਕੀ ਅਸਰ ਹੋਏਗਾ? ਉਪਜਤ ਬਿਨਸਤ ਰੋਵਤ ਰਹਿਬੋ। ਉਪਜ ਦਾ ਮਤਲਬ ਹੁੰਦਾ ਹੈ ਪੈਦਾ ਹੋਣਾ, ਉਪਜਣਾ। ਬਿਨਸਤ ਬਿਨਸ ਜਾਣਾ, ਖਤਮ ਹੋਣਾ। ਉਪਜਦੇ ਬਿਨਸਦੇ ਭਾਵ ਜੰਮਦੇ ਮਰਦੇ, ਜੰਮਣ ਤੋਂ ਲੈ ਕੇ ਮਰਨ ਤੱਕ ਕਹਿ ਲਓ, ਜਾਂ ਜੰਮਦੇ ਮਰਦੇ ਕਹਿ ਲਓ। ਅਗਲਾ ਜਿਹੜਾ ਵਾਕ ਹੈ ਰੋਵਤ ਰਹਿਬੋ, ਰੋਂਦੇ ਹੀ ਰਹੋਗੇ। ਰੋਂਦਾ ਬੰਦਾ ਕਦੋਂ? ਜਦੋਂ ਦੁੱਖ ਹੋਵੇ। ਰੋਣ ਦਾ ਬੇਸ ਕੀ ਹੈ? ਦੁੱਖ, ਤਕਲੀਫ। ਇਹਦਾ ਮਤਲਬ ਹੈ ਵੀ ਰੋਣ ਤੁਹਾਡੇ ਪੱਲੇ ਪਿਆ ਰਹੇਗਾ, ਤੁਹਾਡੇ ਪੱਲੇ ਤਰਲੇ ਪਏ ਰਹਿਣਗੇ। ਤੁਸੀਂ ਹਮੇਸ਼ਾ ਤਕਲੀਫ ਵਿੱਚ ਜੀਵੋਗੇ, ਦੁੱਖ ਵਿੱਚ ਜੀਵੋਗੇ। ਉਹ ਦੁੱਖ ਤੁਹਾਡਾ ਕਦੇ ਨਹੀਂ ਮਿਟ ਸਕਦਾ। ਤੇ ਉਹ ਦੁੱਖ ਕਾਹਦਾ ਹੈ? ਅਗਿਆਨਤਾ ਦਾ। ਉਹਦੀ ਵਿਆਖਿਆ ਫਿਰ ਪਹਿਲੇ ਬੰਦ ਵਿੱਚ ਭਗਤ ਜੀ ਮਹਾਰਾਜ ਨੇ ਕੀਤੀ। ਕਹਿੰਦੇ ਨੇ ਅੰਧਕਾਰ ਸੁਖ ਕਬੈ ਨਾ ਸੋਈ ਹੈ। ਹੁਣ ਵੇਖੋ ਨਾ, ਸ਼ਬਦ ਮੁਤਾਬਕ, ਕੰਟੈਕਸਟ, ਪ੍ਰਕਰਣ ਮੁਤਾਬਕ ਇੱਥੇ ਦੁੱਖ ਕਿਹੜੀ ਚੀਜ਼ ਨੂੰ ਕਿਹਾ ਹੈ, ਖੁਦ ਹੀ ਕਲੀਅਰ ਕੀਤਾ ਭਗਤ ਕਬੀਰ ਜੀ ਮਹਾਰਾਜ। ਜੇ ਅਸੀਂ ਸਾਰੇ ਸ਼ਬਦ ਨੂੰ ਧਿਆਨ ਨਹੀਂ ਰੱਖਾਂਗੇ ਫਰੇਮ ਵਿੱਚ, ਜੋ ਮਰਜ਼ੀ ਕੋਈ ਅਰਥ ਕਰੀ ਜਾਏ ਨੇ ਪੰਕਤੀ ਦਾ, ਵੀ ਬਾਕੀ ਜਿਹੜੀਆਂ ਪੰਕਤੀਆਂ ਲਿਖੀਆਂ ਨੇ ਉਹ ਸ਼ਬਦ ਨਾਲ ਰਿਲੇਟਡ ਲਿਖੀਆਂ ਨੇ ਨਾ, ਸੰਬੰਧਿਤ ਨੇ ਨਾ, ਫਿਰ ਉਹਨੂੰ ਧਿਆਨ 'ਚ ਰੱਖ ਕੇ ਸਾਰਾ ਸ਼ਬਦ ਦਾ ਅਰਥ। ਹੁਣ ਇਹ ਥੋੜੀ ਵੀ ਇੱਕ ਪੰਕਤੀ ਨੂੰ ਇੱਥੋਂ ਲੈ ਲਿਆ ਤੇ ਉਹਦਾ ਅਰਥ ਕਿਤੇ ਹੋਰ ਜਾ ਚੁੱਕਿਆ, ਤੇ ਬਾਕੀ ਸ਼ਬਦ ਉੱਤੇ ਵਿੱਚ ਜਿਹੜਾ ਅੰਧਕਾਰ ਸ਼ਬਦ ਲਿਖਿਆ ਉਹਦੀ ਕੀ ਵੈਲਿਊ ਰਹਿ ਗਈ? ਤੋ ਇੱਥੇ ਦੁੱਖ ਕਿਹੜਾ ਹੈ ਜਿਹਦੇ ਵਿੱਚ ਬੰਦੇ ਨੂੰ ਰੋਣਾ, ਤਕਲੀਫ ਝੱਲਣੀ, ਪਰੇਸ਼ਾਨੀ ਹੀ ਪੱਲੇ ਪੈਂਦੀ ਹੈ? ਫਰਮਾਉਂਦੇ ਨੇ ਅੰਧਕਾਰ ਸੁਖ ਕਬੈ ਨਾ ਸੋਈ ਹੈ। ਹਨੇਰੇ ਵਿੱਚ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌਂਦਾ ਬੰਦਾ, ਯਾਨੀ ਕਿ ਆਰਾਮ ਨਹੀਂ ਹੈ ਹਨੇਰੇ ਵਿੱਚ। ਕਿਹੜੇ ਹਨੇਰੇ ਵਿੱਚ? ਅਗਿਆਨਤਾ ਵਿੱਚ। ਅਗਿਆਨਤਾ ਦੇ ਹਨੇਰੇ ਵਿੱਚ ਕਿਸੇ ਨੂੰ ਵੀ ਸਕੂਨ ਨਹੀਂ ਮਿਲਦਾ, ਚੈਨ ਨਹੀਂ ਮਿਲਦਾ, ਸ਼ਾਂਤੀ ਤੇ ਟਿਕਾਓ ਨਹੀਂ ਮਿਲਦਾ। ਤੇ ਇਹ ਹਨੇਰਾ, ਇਹਦੇ ਵਿੱਚੋਂ ਪੈਦਾ ਹੋਇਆ ਦੁੱਖ ਇਹੋ ਜਿਹੀ ਚੀਜ਼ ਹੈ, ਇਹ ਰਾਜੇ ਤੇ ਭਿਖਾਰੀ ਤੇ ਇੱਕੋ ਜਿਹਾ ਅਸਰ ਕਰਦਾ। ਰਾਜਾ ਰੰਕ ਦੋ ਮਿਲ ਰੋਈ ਹੈ। ਇਹਦਾ ਦੌਲਤ ਨਾਲ, ਸ਼ੌਹਰਤ ਨਾਲ, ਪਦਵੀ ਨਾਲ, ਪ੍ਰਭਤਾ ਨਾਲ, ਸਮਾਜਿਕ ਰੁਤਬੇ ਨਾਲ ਕੋਈ ਲੈਣ ਦੇਣ ਨਹੀਂ। ਜੇ ਅਗਿਆਨਤਾ ਗਰੀਬ ਵਿੱਚ ਹੈ, ਉਹਨੂੰ ਵੀ ਉਨਾ ਤੰਗ ਕਰੇਗੀ।
जे राजे विच है उन्होंने भी उन्ना ही तंग करेगी। अंधकार सुख कबै ना सोई है, राजा रंक दो मिल रोई है। इसका मतलब दौलतमंद की दौलत भी उहदी तकलीफ नहीं घटा सकती जे अंतरात्मे की अज्ञानता विच, जो अपने आप को सर्व व्यापक वाहिगुरू का हिस्सा नहीं मनता, सारी कुल मखलूक ते कायनात विच उहनूं वापरदा नहीं वेखदा, जो भरमां की दुनिया विच रहिंदा है, तो उहदे भरमां दे विचों पैदा होए दुख उहनूं कदे भी आराम नाल टिकण नहीं देणगे, भावें वह दौलतमंद है जां नहीं है, ये तो मैटर ही नहीं। इस वास्ते फरमाउंदे ने, जस देखिए तरवर की छाया, प्राण गए कहो का की माया। बंदा अपनी अज्ञानता नूं दूर करन दा यतन आर नहीं करता, उन्होंने लगता है मेरे सारे दुखों का, मेरी सारी प्रॉब्लम का हल इक्के चीज़ विच पिया है, वो है पैसा, दौलत, जायदाद, प्रॉपर्टी, साधन, सहूलतां, चीज़ां, पदार्थ। क्योंकि साडा माइंड सैट हो गया। ये ठीक है, चेते विच रखिए भी गुरु ग्रंथ साहब जी की बाणी ने पदार्थ नूं जीवन चों मनफी नहीं किया। उन्होंने कहा पदार्थ की एक अपनी वैल्यू है तो अहमियत है, पदार्थ की अपनी अहमियत है, वैल्यू है, जरूरत है। दौलत नूं गुजरान मन्निया सिख सिद्धांत, गुजारे लायक वरतों की चीज़, जो साडे जीवन दीयां सहूलतां साधना वास्ते लोड़ींदी चीज़ है। इन्हां दा होना माड़ी गल नहीं। मोती तां मंदर उसरै, रतनी तां हो ही जड़ाओ, कस्तूर कुंगू अगर चंदन लीप आवे चाओ। पर अगली शर्त है, कंडीशन की है, मत देख भूला विसरै तेरा चेतना आवे। हुण वो जिहड़ी अखीर ते पंक्ति बार बार एक शब्द 4 बार महाराज ने वरती, मत देख भूला विसरै तेरा चेतन आवे नाऊ, मत देख भूला विसरै तेरा चेतन आवे नाऊ। हजूर ने कहा भी मोतियां दे महल मैं नहीं कहता ना होण, तेरे कोल हर सुख सुविधा हर चीज़ भी होवे, पॉसीबल होवे, मुयसर होवे, उपलब्ध होवे, पर जे आ चीज़ नहीं है जीवन विच ते वो भी तैनूं सुकून नहीं दे सकदी, सैटिस्फैक्शन नहीं दे सकदी। इत्थे महाराज ने कहा भी जिहड़ा बंदा दुख का हल केवल पदार्थ विच लभदा है, उन्होंने एक गल समझ लैनी चाहिए है भी जस देखी है तरवर की छाया, जिवें तुसीं रुख की छां वेंदे हो ना भी वो टिकदी नहीं, ज्यों ज्यों परछावें जदों टलदे ने उहदी छां फिरदी रहिंदी है, रुख की एक जगह थोड़ी रहिंदी है। प्राण गए को काकी माया, ते पदार्थ उन्ना चिर है जिन्ना चिर तुहाडे च प्राण ने। प्राण का अर्थ जान भी है, प्राण का अर्थ ताकत भी है। इसका मतलब जिन्ना चिर तुहाडे च कंट्रोल रखने की ताकत है, जदों साह निकल गया उदों तक खत्म ही है ना कहानी। पर वैसे भी जिउंदियां में जिन्ना चिर तुहाडे कोल कंट्रोल हुंदा है ना, कंट्रोल तुसीं कर पाउंदे हो, उन्ना चिर ही तुहाडे कोल सारा कुछ हुंदा है। मगरों एक खूंजे च ही अगले मंजा डाह दिंदे ने। दुनिया कहती बड़ा अमीर बंदा, कंट्रोल उहदे कोल कख दा भी नहीं। बच्चे रिश्तेदार वो कहंदे छड्ड हुण ते इत्थों नहीं होना, हुण नहीं तेरा शरीर साथ देंदा। वो साडे नाल ज़्यादा चलाक निकल आउण ते जान भी होवे ना शरीर च, अगले तां भी कहंदे छड्ड दे हुण, क्योंकि असी एक सर्कल बना लिया ना। सानू लगता है वेखो किहो जे रिश्ते, किहो जे बच्चे ने, किहो जिहा परिवार है, किहो जे भैन भरा निकले, उहो जिही आपां सां। जदों साडे कोलों जांदा है ना, सानू लगता है दुनिया बड़ी भैड़ी हो गई, कल युग आ गया, जमाना ठीक नहीं रहा। पर जदों असीं लिया सी सारा कुछ, उदों सतयुग सी, उदों भी यही जमाना सी। जमाना तो साढ़े अंदर है, बाहर तो सोई चंद चढ़े सितारे, सोई दिन कुछ नहीं बदलिया, उवें ही दिन चढ़ता, उवें ही रात, उवें ही हवा, उवें पानी, सारी नेचर उवें ही है। जमाना तो साढ़े अंदर ही बदलता है जदों बदलता है। जदों असी कंट्रोल लिया सी जिन्हां कोलों, वो भी कहंदे होणगे किड्डा कलयुग है, वेखो सानू कोई पुछदा नहीं। तो जो साडे कोलों अगले लैंदे ने, उदों 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 उन्हां दी गल सानू लगदी सी एवें बेवकूफ़ी भरी है। जब साडे कोलों अगले कंट्रोल लै लैंदे, उदों आपां की कहने, वेखो जी सानू हुण कोई पुछदा नहीं,
ਸਾਨੂੰ ਕੌਣ ਪੁੱਛਦਾ? ਸਾਡੀ ਹੁਣ ਕੀ ਵੈਲਿਊ ਹੈ? ਗੱਲ ਉਹੀ, ਸਟੇਟਮੈਂਟ ਉਹੀ ਹੈ। ਅਸੀਂ ਉਹਨਾਂ 40 ਸਾਲ ਪਹਿਲੋਂ ਦਿੱਤੀ ਸੀ, ਆਪਾਂ 40 ਸਾਲ ਮਗਰੋਂ ਦਿੱਤੀ ਹੈ। ਉਹਨਾਂ ਉਦੋਂ ਮਹਿਸੂਸ ਕੀਤਾ ਸੀ, ਆਪਾਂ 40 ਸਾਲ ਜ਼ੋਰ ਲਾ ਕੇ ਮਹਿਸੂਸ ਕੀਤਾ। ਪ੍ਰਾਣ ਗਏ ਕੋ ਕਾਕੀ ਮਾਇਆ, ਕਿਸ ਦੀ ਹੈ, ਕਿਹਦੇ ਨਾਲ ਨਿਭਦੀ ਹੈ? ਫਰਮਾਉਂਦੇ ਹਨ, ਜਸ ਜੰਤੀ ਮੈਂ ਜੀਓ ਸਮਾਨਾ। ਜਸ ਮਤਲਬ ਜਿਵੇਂ ਸਾਜ਼ ਹੈ ਨਾ, ਸਾਜ਼ ਦੇ ਉੱਤੇ ਸਾਜੀ ਜਦੋਂ ਉਹਦੀ ਤਾਰ ਨੂੰ ਛੇੜਦਾ ਹੈ ਤਾਂ ਉਹਦੇ ਵਿੱਚੋਂ ਧੁਨ ਨਿਕਲਦੀ, ਆਵਾਜ਼ ਨਿਕਲਦੀ, ਸਾਊਂਡ ਨਿਕਲਦਾ। ਜਦੋਂ ਹੱਥ ਹਟਾ ਲੈਂਦਾ ਉਹਦੇ ਤੋਂ ਪਾਸੇ, ਆਵਾਜ਼ ਕਿੱਥੇ ਜਾਂਦੀ ਹੈ? ਸਾਜ਼ ਵਿੱਚੋਂ ਜਿਹੜੀ ਆਵਾਜ਼ ਨਿਕਲੀ ਸੀ ਤਾਰ ਛੇੜਨ ਨਾਲ, ਜਦੋਂ ਉਹਨੇ ਹੱਥ ਪਾਸੇ ਕਰ ਲਿਆ, ਉਹ ਆਵਾਜ਼ ਕਿੱਥੇ ਚਲੀ ਗਈ? ਭਗਤ ਜੀ ਮਹਾਰਾਜ ਕਹਿੰਦੇ, ਜਸ ਜੰਤੀ ਮੈਂ ਜੀਓ ਸਮਾਨਾ। ਜਿਵੇਂ ਉਹ ਧੁਨ ਉੱਥੇ ਹੀ ਸਮਾ ਜਾਂਦੀ, ਉਹ ਕਿਤੇ ਨਹੀਂ ਹੁੰਦੀ। ਉਹਨੂੰ ਛੇੜਦੇ ਹੋ ਤਾਂ ਉਹਦੇ ਚੋਂ ਧੁਨ ਨਿਕਲਦੀ ਹੈ, ਨਹੀਂ ਛੇੜਦੇ ਤਾਂ ਉਹ ਧੁਨ ਉਹਦੇ ਵਿੱਚ ਹੀ ਸਮਾਈ ਰਹਿੰਦੀ, ਜਾਨੀ ਕਿ ਪ੍ਰਗਟ ਹੀ ਨਹੀਂ ਹੁੰਦੀ। ਮੂਹੇ ਮਰਮ ਕੋ ਕਾ ਕਰ ਜਾਨਾ। ਜਿਹੜੀ ਦੁਨੀਆ ਕਹਿੰਦੀ ਚਲੋ ਜੀ ਇੱਥੇ ਪਦਾਰਥ ਖੱਟ ਲਓ, ਥੋੜਾ ਜਿਹਾ ਕਰਮ ਕਾਂਡ ਅੱਗੇ ਸਵਰਗ ਲੈ ਲਵਾਂਗੇ, ਮਹਾਰਾਜ ਕਹਿੰਦੇ ਨੇ ਉਹਨਾਂ ਨੇ ਕਦੇ ਇਸ ਨੁਕਤੇ ਨੂੰ, ਖਿਆਲ ਨੂੰ ਵਿਚਾਰਿਆ ਹੈ? ਮਰਨ ਤੋਂ ਬਾਅਦ ਕੀ ਹੈ, ਭੇਤ ਕਿਹਨੂੰ ਹੈ? ਕਿਉਂ ਅਸੀਂ ਇਸ ਚੀਜ਼ ਦੇ ਨਾਂ ਦੇ ਉੱਤੇ ਸੰਸਾਰ ਦੇ ਅੰਦਰ ਅਗਿਆਨਤਾ ਦੇ, ਕਰਮ ਕਾਂਡਾਂ ਦੇ ਮਾਇਆ ਜਾਲ ਸਿਰਜਦੇ ਹਾਂ? ਸਵਰਗਾਂ ਨਰਕਾਂ ਦੇ ਝੇੜੇ, ਮੁਕਤੀਆਂ ਦੇ ਝੇੜੇ, ਇੱਥੋਂ ਦਾ ਸਫ਼ਰ, ਉੱਥੋਂ ਦਾ ਸਫ਼ਰ। ਕਿਹਨੂੰ ਮਰਮ ਹੈ ਇਸ ਗੱਲ ਦਾ? ਕਿਹਨੂੰ ਭੇਤ ਹੈ ਇਸ ਗੱਲ ਦਾ? ਤਾਂ ਐਸੀ ਅਗਿਆਨਤਾ ਭਰੀ ਸਥਿਤੀ ਵਿੱਚੋਂ ਵੀ ਸਾਨੂੰ ਬਾਹਰ ਆਉਣਾ ਚਾਹੀਏ। ਇਸ ਵਾਸਤੇ ਫਰਮਾਉਂਦੇ ਹਨ, ਹੰਸਾ ਸਰਵਰ ਕਾਲ ਸਰੀਰ ਰਾਮ ਰਸਾਇਣ ਪੀਓ ਰੇ ਕਬੀਰ। ਜਿਵੇਂ ਸਰੋਵਰ ਦਾ ਤੇ ਹੰਸਾਂ ਦਾ, ਮਾਨ ਸਰੋਵਰ ਤੇ ਹੰਸਾਂ ਦਾ ਰਿਲੇਸ਼ਨ ਮੰਨਿਆ ਜਾਂਦਾ ਹੈ, ਸੰਬੰਧ ਮੰਨਿਆ ਵੀ ਹੰਸ ਕਿੱਥੇ ਨੇ ਜੀ? ਮਾਨ ਸਰੋਵਰ ਤੇ। ਇੱਕ ਉਦਾਹਰਨ, ਇੱਕ ਐਗਜ਼ਾਮਪਲ ਹੈ। ਇਸੇ ਤਰ੍ਹਾਂ ਮੌਤ ਤੇ ਸਰੀਰ ਦਾ ਸੰਬੰਧ ਹੈ। ਸਰੀਰ ਹੈ ਤੇ ਖਤਮ ਹੋਏਗਾ, ਓੜਕ ਨੂੰ ਮੌਤ ਦਾ ਖਾਜਾ ਬਣੇਗਾ। ਤੋ ਹੇ ਮਨੁੱਖ, ਇਸ ਸੱਚਾਈ ਤੋਂ ਵਿਦਿਤ ਹੋ, ਜਾਣੂ ਹੋ, ਅਵੇਅਰ ਹੋ। ਇਸ ਸੱਚਾਈ ਨੂੰ ਅਨੁਭਵ ਕਰ ਤੇ ਕੀ ਕਰ? ਸੇਧ ਬਖਸ਼ਦੇ ਨੇ ਭਗਤ ਕਬੀਰ ਜੀ ਮਹਾਰਾਜ, ਰਾਮ ਰਸਾਇਣ ਪੀਓ ਰੇ ਕਬੀਰ। ਇਹ ਭਾਈ ਮੈਂ ਤੈਨੂੰ ਆਖਦਾ, ਸਾਰੇ ਰਸਾਂ ਤੋਂ ਸ਼੍ਰੋਮਣੀ ਰਸ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ, ਉਹਦੀ ਇਬਾਦਤ, ਉਹਦੇ ਹੁਕਮ ਵਿੱਚ ਜੀਣਾ, ਉਹਦੇ ਭਾਣੇ 'ਚ ਰਾਜ਼ੀ ਰਹਿਣਾ, ਉਸ ਨੂੰ ਹਰ ਜਗ੍ਹਾ ਤੇ ਮਹਿਸੂਸ ਅਨੁਭਵ ਕਰਨਾ, ਧਰਮੀ ਜੀਵਨ ਜੀਣਾ। ਉਹ ਈਰਖਾ, ਦਵੈਸ਼, ਕ੍ਰੋਧ, ਹਉਮੈ, ਇਹ ਸਾਰੇ ਜਿਹੜੇ ਰਸ, ਇਹਨਾਂ ਸਾਰਿਆਂ ਰਸਾਂ ਤੋਂ ਕਿਤੇ ਸ਼੍ਰੋਮਣੀ ਰਸ ਹੈ। ਇਹ ਰਸ ਤੇ ਫਿੱਕੇ ਨੇ। ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸਿੰਦਾ। ਉਹ ਰਸ ਜਿਹੜਾ ਉਹ ਸ਼੍ਰੋਮਣੀ ਰਸ ਹੈ, ਸਭ ਤੋਂ ਉੱਤਮ ਹੈ, ਜਿਹੜਾ ਜੀਵਨ ਨੂੰ ਆਨੰਦਿਤ ਕਰਦਾ ਹੈ। ਇਸ ਰਸ ਨੂੰ ਪੀਣ ਦਾ ਯਤਨ ਕਰ। ਤੇ ਦੂਜੇ, ਵਿਖੇ ਬਨ ਫੀਕਾ ਤਿਆਗਰੀ ਸਕੀਏ ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਸਾਹਿਬ ਕਿਰਪਾ ਕਰਨ। ਮਹਾਰਾਜ ਦਾ ਇਹ ਪਾਵਨ ਵਾਕ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।